ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਕੌਮੀ ਮੁੱਦੇ ਦੇ ਵਿੱਚ ਦੇਸ਼ ਵਿਦੇਸ਼ ਦੀ ਸੰਗਤ ਦਾ ਸਵਾਗਤ ਹੈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ 267 ਪਾਵਨ ਸਰੂਪਾਂ ਦੇ ਸੰਬੰਧ ਦੇ ਵਿੱਚ ਜਿਹੜੀ ਜਾਂਚ ਚੱਲ ਰਹੀ ਆ ਉਹਦੇ ਵਿੱਚ ਵੀ ਬਹੁਤ ਸਾਰੇ ਉਤਰਾਅ ਚੜ੍ਹਾਅ ਆ ਰਹੇ ਨੇ। ਕਦੀ ਇਹ ਖਬਰ ਸਾਹਮਣੇ ਆਉਂਦੀ ਆ ਕਿ ਜਾਂਚ ਟੀਮ ਜਿਹੜੀ ਬਣਾਈ ਜਾਂਦੀ ਹੈ ਜਥੇਦਾਰ ਸਾਹਿਬ ਵੱਲੋਂ, ਉਹਦੀ ਟੀਮ ਦੇ ਵਿੱਚੋਂ ਜਿਹੜਾ ਆ ਉਹ ਇੱਕ ਜੱਜ ਕੁਝ ਕਾਰਨਾਂ ਕਰਕੇ उस जाँच के शामिल नहीं होंदा। सो समुची गलबात जी असी विस्तारत तौर के उत्ते जाणांगे प्रोफैसर बलजिंदर सिंह जी होरां दे कोलों। सो उन्हां नाल फतेह की सांझ पाईए तो प्रोग्राम की शुरुआत करिए। प्रोफैसर साहब वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह जी। प्रोफैसर साहब सब तो पहली गल ये कि श्रोमणी गुरुद्वारा प्रबंधक कमेटी जिहदा काम ही प्रबंध करना आ अच्छे तरीके नाल सुचज्जे तरीके दे नाल, गुरु ग्रंथ साहब महाराज जी का एक सरूप चोरी होया बुरज जवाहर सिंह वाला तो 2015 दे विच। ਉਹ ਘਟਨਾ ਜਿਹੜੀ ਆ ਉਹ ਅਜੇ ਵੀ ਉਸ ਚੀਜ਼ ਦਾ ਇਨਸਾਫ ਨਹੀਂ ਮਿਲਿਆ। ਅਜੇ ਵੀ ਸਿੱਖ ਸੰਗਤ ਦੇ ਹਿਰਦਿਆਂ ਦੇ ਵਿੱਚ ਆ ਕਿ ਉਹ ਜੋ ਕੁਛ ਬਾਅਦ ਦੇ ਵਿੱਚ ਵਾਪਰਿਆ ਉਹ ਸਾਰੀ ਸੰਗਤ ਜਾਣਦੀ ਆ। ਪਰ 267 ਪਾਵਨ ਸਰੂਪਾਂ ਦਾ ਜਿਹੜਾ ਮਾਮਲਾ ਹੁਣ ਚਰਚਾ ਦੇ ਵਿੱਚ ਆ, ਜਿਹੜਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਨੇ ਪ੍ਰਬੰਧ ਕਰਨੇ ਇਸ ਸੁਚੱਜੇ ਢੰਗ ਦੇ ਨਾਲ, ਉਹਨਾਂ ਦੇ ਪ੍ਰਬੰਧ ਦੇ ਵਿੱਚ ਇਹ ਅਜਿਹੀ ਅਣਗਹਿਲੀ ਇਸ ਤਰ੍ਹਾਂ ਦੀ ਘਟਨਾ ਵਾਪਰਨੀ ਜਿਹੜੀ ਆ ਉਹ ਕਿੱਧਰ ਨੂੰ ਇਸ਼ਾਰਾ ਕਰਦੀ ਆ ਤੇ ਇਹਦੇ ਕੀ ਕਾਰਨ ਨੇ, ਤੁਸੀਂ ਕੀ ਸੋਚਦੇ ਹੋ? ਦੇਖੋ, ਸਾਡੇ ਵਾਸਤੇ ਸਭ ਤੋਂ ਵੱਡਾ ਦੁਖਾਂਤ ਇਹ ਹੈਗਾ ਜੀ ਕਿ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰੀ ਹੋਣ, ਲਾਪਤਾ ਹੋਣ, ਜੀ ਬੇਅਦਬੀਆਂ ਹੋਣ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ। ਇਹ ਘਟਨਾਵਾਂ ਹੋ ਰਹੀਆਂ ਨੇ ਜੀ। ਹੋਰ ਉਹ ਵੀ ਉਸ ਸਿਸਟਮ ਦੇ ਵਿੱਚ ਜੀ, ਜਦ ਕਿ ਸਾਡੀ ਪੰਥਕ ਸਰਕਾਰ ਕਹਿੰਦੀ ਕਵਾਂਦੀ ਜੀ ਪੰਥ ਦੀ ਵੋਟਾਂ ਲੈ ਕਰਕੇ ਜੀ ਸਰਕਾਰ ਬਣੀ। 2015 ਦੇ ਵਿੱਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਕੀਤਾ ਜਾਂਦਾ, ਮਿੱਥ ਕੇ ਚੋਰੀ ਕੀਤਾ ਜਾਂਦਾ ਹੈ, ਮਿੱਥ ਕੇ ਬੇਅਦਬੀ ਕੀਤੀ ਜਾਂਦੀ ਹੈ ਕਿ ਅਸੀਂ ਕਰਾਂਗੇ। ਸਰਕਾਰ ਕਹਿੰਦੀ ਹੈ, ਕਹਿੰਦੀ ਕਹਾਂਦੀ ਆਪਣੇ ਆਪ ਨੂੰ ਪੰਥਕ ਵੋਟਾਂ ਦੇ ਨਾਲ ਬਣੀ ਹੋਈ ਅਕਾਲੀ ਸਰਕਾਰ, ਜਿਹੜੇ ਪੰਥ ਦੇ ਜਿਹੜੇ ਨੇ ਪਹਿਰੇਦਾਰ ਜਿਨ੍ਹਾਂ ਨੇ ਸਾਰੀ ਸਿਆਸਤ ਹੀ ਜਿਹੜੀ ਧਰਮ ਤੇ ਕੀਤੀ। ਹਾਂਜੀ। ਹੁਣ ਉਹਦੇ ਬਾਅਦ ਜੀ ਉਸੇ ਪੰਥਕ ਅਕਾਲੀ ਦਲ ਜੀ ਦੀ ਰਹਿਨੁਮਾਈ ਦੇ ਹੇਠ ਚੱਲ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ ਤੋਂ, ਜਿੱਥੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਛਾਪੇ ਜਾਂਦੇ ਨੇ ਜੀ, ਉੱਥੋਂ 267 ਸਰੂਪਾਂ ਦੇ ਲਾਪਤਾ ਹੋਣ ਦੀ ਗੱਲ ਸਾਹਮਣੇ ਆਉਂਦੀ ਹੈ ਜੀ। ਸਾਰੀ ਸਿੱਖ ਕੌਮ ਨੂੰ ਸ਼ੌਕ ਲੱਗਦਾ ਜੀ ਕਿ ਵੀ ਜਿਹਨਾਂ ਨੂੰ ਅਸੀਂ ਆਪਣਾ ਸਭ ਕੁਝ ਸਮਝਿਆ ਸੀਗਾ ਸ਼੍ਰੋਮਣੀ ਕਮੇਟੀ ਨੂੰ ਜੀ, ਸਾਰੀ ਜ਼ਿੰਮੇਵਾਰੀ ਸੌਂਪੀ ਗਈ ਸੀਗੀ ਕਿ ਵੀ ਤੁਸੀਂ ਧਰਮ ਦੀ ਰੱਖਿਆ ਕਰਨੀ ਹੈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ 267 ਸਰੂਪ ਉੱਥੋਂ ਲਾਪਤਾ ਹੋ ਜਾਣ। ਮੈਂ ਇੱਦਾਂ ਸੋਚਦਾ ਕਿ ਸਾਡੇ ਸਾਰਿਆਂ ਦੇ ਮੂੰਹ ਦੇ ਉੱਤੇ ਨਾ ਕਾਲਕ ਚੋਪੀ ਗਈ ਹੈ। ਅਸੀਂ ਕਿਹੜਾ ਮੂੰਹ ਲੈ ਕਰਕੇ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਜਾਵਾਂਗੇ ਜੀ, ਕਲਗੀਧਰ ਪਾਤਸ਼ਾਹ ਦੇ ਸਾਹਮਣੇ ਜਾਵਾਂਗੇ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ ਅਸੀਂ ਸਭ ਕੁਝ ਆਪਣਾ ਮੰਗਦੇ ਹਾਂ ਜੀ, ਤੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਾਪਤਾ ਹੋਣ ਤਾਂ ਮੈਂ ਸੋਚਦਾ ਕਿ ਇਸ ਤੋਂ ਵੱਡਾ ਦੁਖਾਂਤ ਜੀ ਸਾਡੇ ਵਾਸਤੇ ਹੋਰ ਕੋਈ ਨਹੀਂ। ਹੋਰ ਉਸ ਦੇ ਬਾਅਦ ਜੀ ਇਹ ਇਨਕੁਆਇਰੀ ਸ਼ੁਰੂ ਹੁੰਦੀ ਹੈ। ਸਾਰਾ ਕੁਝ ਸਿਸਟਮ ਸ਼੍ਰੋਮਣੀ ਕਮੇਟੀ ਜਿਹੜੀ ਹੈ ਵਿਵਾਦਾਂ ਦੇ ਵਿੱਚ ਘਿਰੀ ਹੋਈ ਹੈ ਜੀ, ਆਪਣੇ ਭਰੋਸਾ ਯੋਗਤਾ ਆਪਣੀ ਕ੍ਰੈਡੀਬਿਲਿਟੀ ਗਵਾ ਚੁੱਕੀ ਹੈ ਜੀ। ਕਿਉਂ? ਕਿਉਂਕਿ ਇਹਦੇ ਵਿੱਚ ਸਾਰੀ ਸਿਆਸਤ ਵੜ ਚੁੱਕੀ ਹੈ ਜੀ, ਔਰ ਉਹ ਸਿਆਸਤ ਵੀ ਐਸੀ ਵੜ ਚੁੱਕੀ ਹੈ ਕਿ ਹੁਣ ਸਿੱਖਾਂ ਦਾ ਕੰਟਰੋਲ ਇੱਥੇ ਰਿਹਾ ਹੀ ਨਹੀਂ ਜੀ। ਹੁਣ ਇਹਦੇ ਉੱਤੇ ਕੰਟਰੋਲ ਜਿਹੜਾ ਹੈ ਸਿੱਖ ਵਿਰੋਧੀ ਤਾਕਤਾਂ ਇਹਦੇ ਵਿੱਚ ਪੈਨੀਟ੍ਰੇਟ ਕਰ ਚੁੱਕੀਆਂ ਨੇ ਜੀ। ਉਹਨਾਂ ਨੇ ਸਿਸਟਮ ਨੂੰ ਟੇਕ ਓਵਰ ਕਰ ਲਿਆ। ਜਥੇਦਾਰ ਜਿਹੜੇ ਨੇ, ਗ੍ਰੰਥੀ ਜਿਹੜੇ ਸਿੰਘ ਜਿਹੜੇ ਨੇ, ਉਹ ਸਾਰਾ ਕੁਝ ਮੂੰਹ ਬੰਦ ਕਰਕੇ ਬੈਠੇ ਨੇ ਜੀ। ਉਹਨਾਂ ਨੂੰ ਪਤਾ ਅਸੀਂ ਮੂੰਹ ਬੋਲ ਹੀ ਨਹੀਂ ਸਕਦੇ, ਕਿਉਂਕਿ ਜੇ ਬੋਲੇ ਤਾਂ ਸਾਡੇ ਪਿੱਛੇ ਜਿਹੜੇ ਆਕਾ ਬੈਠੇ ਨੇ ਨਾ, ਸਾਡੀਆਂ ਸਾਰੀਆਂ ਸਹੂਲਤਾਂ ਵਗੈਰਾ, ਸਾਡੀਆਂ ਤਨਖਾਹਾਂ ਵਗੈਰਾ ਸਭ ਖਤਰੇ 'ਚ ਪੈ ਜਾਂਦੀਆਂ। ਬਿਲਕੁਲ। ਜਿਹੜੇ ਮਤਲਬ ਉੱਥੇ ਸੇਵਾਦਾਰ ਵੀ ਆ ਜਾਂ ਕਹਿ ਲਿਆ ਜਾਵੇ ਜਥੇਦਾਰ ਜਾਂ ਜਿਹੜੇ ਪਦਾਰਥਵਾਦ ਦੀ ਜਿਹੜੀ ਅਸੀਂ ਗੱਲ ਕਰਦੇ ਹਾਂ ਉਹਦੇ ਨਾਲ ਜੁੜ ਕੇ ਗੁਰੂ ਤੋਂ ਥੋੜ੍ਹਾ ਜਿਹੜਾ ਆ ਉਹ
ਕਾਫੀ ਜ਼ਿਆਦਾ ਜਿਹੜਾ ਆ ਉਹ ਫਰਕ ਜਿਹੜਾ ਪੈ ਗਿਆ, ਚਾਹੇ ਅਸੀਂ ਮਤਲਬ ਹੁਣ ਗੁਰੂ ਬਾਅਦ ਚ ਹੈ, ਢਿੱਡ ਪਹਿਲਾਂ ਹੈ। ਬਿਲਕੁਲ ਜਿਹੜੀ ਆਕਾ ਦੀ ਚਮਚਾਗਰੀ ਹੈ ਨਾ ਜੀ, ਉਹ ਪਹਿਲਾਂ ਹੋ ਗਈ ਜੀ, ਗੁਰੂ ਦੀ ਗੱਲ ਮਗਰੋਂ ਚਲੇਗੀ। ਬਿਲਕੁਲ ਸਟੇਜਾਂ ਦੇ ਉੱਤੇ ਗੱਲਾਂ ਕਰਨੀਆਂ ਜਾਂ ਕਿਸੇ ਨੂੰ ਦੱਸਣਾ ਕਿ ਐਵੇਂ ਨਹੀਂ ਐਵੇਂ ਕਰਨਾ, ਪਰ ਉਹ ਅਸੀਂ ਆਪਣੇ ਤੇ ਕਿੰਨਾ ਕੁ ਜਿਹੜਾ ਆ ਉਹ ਉਸ ਹਿਸਾਬ ਨਾਲ ਚੱਲਦੇ ਆ, ਉਹ ਬੜਾ ਜ਼ਰੂਰੀ ਆ। ਪ੍ਰੋਫੈਸਰ ਸਾਹਿਬ, ਅਗਲੀ ਗੱਲ ਜਿਹੜੀ ਜਾਂਚ ਕਮੇਟੀ ਬਣਾਈ ਗਈ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ, ਉਹਦੇ ਵਿੱਚੋਂ ਨਵੀਤਾ ਸਿੰਘ ਜਿਹੜੇ ਜੱਜ ਸੀਗੇ, ਉਹਨਾਂ ਦਾ ਪਿਛਲੇ ਦਿਨੀ ਖਬਰ ਪੜ੍ਹੀ ਕਿ ਉਹਨਾਂ ਨੇ ਕਿਹਾ ਕਿ ਮੈਂ ਇਸ ਜਾਂਚ ਦੇ ਵਿੱਚ ਸ਼ਾਮਲ ਨਹੀਂ ਹੋਣਾ, ਕੋਈ ਘਰੇਲੂ ਮਜਬੂਰੀਆਂ ਨੇ, ਚਾਹੇ ਘਰੇਲੂ ਮਜਬੂਰੀਆਂ ਹੋਣ ਜਾਂ ਨਾ ਹੋਣ, ਪਰ ਜਾਂਚ ਦੇ ਵਿੱਚ ਉਹਨਾਂ ਨੇ ਸ਼ਾਮਲ ਨਾ ਹੋਣ ਤੋਂ ਜਿਹੜਾ ਆ ਉਹ ਇਨਕਾਰ ਕਰ ਦਿੱਤਾ ਆ। ਹੁਣ ਉਸ ਸੰਬੰਧ 'ਚ ਗੱਲ ਕਰੀਏ ਤਾਂ ਡਾਕਟਰ ਈਸ਼ਰ ਸਿੰਘ ਜਿਹੜੇ ਨੇ ਉਹ ਜਾਂਚ ਕਰ ਰਹੇ ਨੇ। ਹੁਣ ਨਾਲ ਨਵੀਂ ਕਮੇਟੀ ਦੇ ਵਿੱਚ ਸ਼ਾਮਲ ਕਿਹਨੂੰ ਕੀਤਾ ਗਿਆ ਤੇ ਜਾਂਚ ਕਿਵੇਂ ਅੱਗੇ ਵਧੂਗੀ ਜਦੋਂ ਇੱਕ ਜੱਜ ਨੇ ਜਵਾਬ ਦੇ ਦਿੱਤਾ ਕਿ ਮੈਂ ਇਹਦੇ 'ਚ ਸ਼ਾਮਲ ਨਹੀਂ? ਵੇਖੋ ਜੀ, ਇੱਕ ਗੱਲ ਬੜੀ ਸਪਸ਼ਟ ਹੈ ਜੀ, ਸਿੱਖ ਕੌਮ ਦੇ ਕੋਲ ਐਡਾ ਵੱਡਾ ਸਰਮਾਇਆ ਤੇ ਖਜ਼ਾਨਾ ਹੈ। ਟੌਪ ਕਲਾਸ ਦੇ ਜੱਜਸ ਨੇ ਵਰਲਡ ਲੈਵਲ ਦੇ ਵਿੱਚ, ਟੌਪ ਕਲਾਸ ਦੇ ਜਰਨੈਲ ਨੇ, ਟੌਪ ਕਲਾਸ ਦੇ ਜਿਹੜੇ ਨੇ ਲਿਖਾਰੀ ਤੇ ਵਿਦਵਾਨ ਤੇ ਟੌਪ ਕਲਾਸ ਦੇ ਸਾਇੰਟਿਸਟ ਨੇ, ਟੌਪ ਕਲਾਸ ਦੇ ਵਕੀਲ ਨੇ। ਜੀ ਜੀ, ਹੁਣ ਐਡਾ ਵੱਡਾ ਸਰਮਾਇਆ ਹੋਏ ਤੇ ਸ਼੍ਰੀ ਅਕਾਲ ਤਖਤ ਸਾਹਿਬ ਆਵਾਜ਼ ਮਾਰੇ ਜੀ, ਉਹਨਾਂ ਟੌਪ ਦਾ ਪੈਨਲ ਬਣਾ ਕਰਕੇ ਜੇਕਰ ਜੀ 5 ਮੈਂਬਰੀ ਟੌਪ ਬੰਦਿਆਂ ਦਾ ਪੈਨਲ ਬਣਾਇਆ ਹੁੰਦਾ, ਉਹ ਤੇ ਜੱਜ ਵੀ ਸ਼ਾਮਲ ਹੁੰਦਾ, ਕੋਈ ਜਰਨੈਲ ਸ਼ਾਮਿਲ ਹੁੰਦਾ, ਕਿੱਡੀ ਵੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਸਾਡੇ ਜਰਨੈਲਾਂ ਨੇ, ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਇਨਕੁਆਇਰੀ ਨਹੀਂ ਕਰ ਸਕਦੇ? ਕਰ ਸਕਦੇ ਨੇ, ਬਿਲਕੁਲ। ਲੇਕਿਨ ਇਹ ਤਾਂ ਹੁੰਦਾ ਹੈ ਜੇ ਸਾਡਾ ਬਾਹਰ ਮੁਖੀ ਤੇ ਅੰਤਰਮੁਖੀ ਦੋਨੋਂ ਧਰਮ ਨਾਲ ਜੁੜੇ ਹੋਣ। ਸਾਡਾ ਦੁਖਾਂਤ ਤੇ ਹੈਗਾ ਕਿ ਸਾਡੇ ਜਥੇਦਾਰਾਂ ਤੇ ਗ੍ਰੰਥੀਆਂ ਦਾ ਬਾਹਰ ਮੁਖੀ ਸਾਡਾ ਜਿਹੜਾ ਧਰਮ ਵਾਲਾ ਹੈ ਤੇ ਅੰਤਰਮੁਖੀ ਜਿਹੜਾ ਹੈ ਨਾ ਉਹ ਧੜਿਆਂ ਨਾਲ ਬਚਿਆ ਹੋਇਆ। ਨਤੀਜਾ ਕੀ ਨਿਕਲਿਆ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜੀ ਇਹ ਜ਼ਿੰਮੇਵਾਰੀ ਸੌਂਪੀ ਗਈ ਸੀਗੀ, ਅਗਰ ਉਹ ਇਹ ਸੋਚ ਕੇ ਇਹ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਕਿ ਜਿਹਨਾਂ ਨੇ ਮੈਨੂੰ ਅਪਾਇੰਟ ਕੀਤਾ ਉਹ ਹੀ ਜਿਹੜੇ ਨੇ ਉਹ ਪਿੰਡ ਬੁਰਜ ਜਵਾਰ ਸਿੰਘ ਵਾਲਾ ਦੀ ਚੋਰੀ ਦੇ ਵਿੱਚ ਉਹ ਲੋਕ ਸ਼ਾਮਿਲ ਨੇ, ਤੇ ਮੈਂ ਆਪਣੀ ਵਫਾਦਾਰੀ ਕਿ ਧੜੇਬੰਦੀ ਵਿੱਚ ਰਹਿ ਕੇ ਨਹੀਂ ਰੱਖਣੀ, ਮੈਂ ਕੇਵਲ ਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹਾਂ। ਤਾਂ ਉਹਦੇ ਵਿੱਚ ਟੌਪ ਦੇ ਜੱਜ ਪਾਉਂਦੇ, ਜਰਨੈਲ ਲੈਂਦੇ, ਚੌਪ ਦੇ ਬੁੱਧੀਜੀਵੀ ਲੈਂਦੇ ਜਿਹੜੇ ਕਿ ਧੜਿਆਂ ਤੋਂ ਨਿਰਲੇਪ ਸੀਗੇ, ਤੇ ਘੱਟੋ ਘੱਟ 5 ਮੈਂਬਰੀ ਟੌਪ ਦਾ ਇੱਕ ਪੈਨਲ ਤਿਆਰ ਕਰਦੇ। ਔਰ ਉਸ ਪੈਨਲ ਦੇ ਵਿੱਚ ਸਾਰਾ ਕੁਝ ਇਹ ਹੁਣ ਬੀਬੀ ਨਵਿਤਾ ਸਿੰਘ ਨੂੰ ਲਿਤਾਣਾ ਨੇ 14 ਦਿਨਾਂ ਦੇ ਬਾਅਦ, ਜਦ ਇਨਕੁਆਇਰੀ ਚੱਲ ਰਹੀ ਹੈ, 14 ਦਿਨਾਂ ਦੇ ਬਾਅਦ ਉਹ ਕਹਿੰਦੀ ਹੈ ਕਿ ਮੈਂ ਘਰੇਲੂ ਮਜਬੂਰੀਆਂ ਕਰਕੇ ਹੁਣ ਮੈਂ ਨਹੀਂ ਆ ਸਕਦੀ, ਹੈ ਨਾ। ਤੇ 14 ਦਿਨ ਤੱਕ ਇਨਕੁਆਇਰੀ ਕੌਣ ਕਰਦਾ ਪਿਆ? ਕੱਲਾ ਡਾਕਟਰ ਈਸ਼ਰ ਸਿੰਘ। ਹੁਣ ਡਾਕਟਰ ਈਸ਼ਰ ਸਿੰਘ ਦੀ ਗੱਲ ਮੈਂ ਇੱਕ ਮਿੰਟ ਲਈ ਕਲੀਅਰ ਕਰ ਦਿਆਂ। ਮੈਂ ਸਰੋਤਿਆਂ ਨੂੰ ਯਾਦ ਕਰਵਾਉਣਾ ਚਾਹੁੰਦਾ ਕਿ 20 ਅਕਤੂਬਰ 2018 ਨੂੰ ਇੱਕ ਪੰਥਕ ਅਸੈਂਬਲੀ ਹੋਈ ਸੀਗੀ ਅੰਮ੍ਰਿਤਸਰ 'ਚ। 20 ਅਕਤੂਬਰ 2018 ਨੂੰ ਹੋਈ ਸੀਗੀ। ਔਰ ਉਸ 2018 ਦੀ ਪੰਥਕ ਅਸੈਂਬਲੀ ਦੇ ਵਿੱਚ ਡਾਕਟਰ ਈਸ਼ਰ ਸਿੰਘ ਇੱਕ ਬੁਲਾਰੇ ਸੀਗੇ। ਅੱਛਾ ਜੀ, ਇਹ ਮੈਂ ਸਰੋਤਿਆਂ ਨਾਲ ਗੱਲ ਸਾਂਝੀ ਕਰ ਲਾਂ। ਬੁਲਾਰੇ ਸੀਗੇ ਤੇ ਉਹਨਾਂ ਨੇ ਆਪਣੇ ਬੁਲਾਰੇ ਦੇ ਵਿੱਚ 10 ਮਿੰਟ ਦੀ ਇਹਨਾਂ ਦੀ ਵੀਡੀਓ ਰਿਕਾਰਡਿੰਗ ਪਈ ਹੋਈ ਹੈ, ਮੇਰੇ ਕੋਲ ਰਿਕਾਰਡ ਪਿਆ। ਉਹਦੇ ਵਿੱਚ ਉਹਨਾਂ ਨੇ ਕੀ ਕਿਹਾ ਕਿ ਨਵੇਂ ਜਥੇਦਾਰ ਦੀ ਨਿਯੁਕਤੀ ਹੋਣ ਵਾਲੀ ਹੈ 22 ਅਕਤੂਬਰ ਨੂੰ। ਅੱਛਾ ਜੀ, 20 ਤਰੀਕ ਨੂੰ ਬੋਲ ਰਹੇ ਨੇ, 20 ਅਕਤੂਬਰ ਨੂੰ, ਕਿ 22 ਤਰੀਕ ਨੂੰ ਨਿਯੁਕਤੀ ਹੋਣ ਵਾਲੀ ਹੈ ਤੇ ਸਾਨੂੰ ਪੰਥਕ ਅਸੈਂਬਲੀ ਨੂੰ ਚਾਹੀਦਾ ਕਿ ਜਾ ਕੇ ਅਸੀਂ ਹਾਈ ਕੋਰਟ ਤੋਂ ਸਟੇ ਲੈ ਕੇ ਆਈਏ, ਕਿਉਂਕਿ ਇਹ ਸ਼੍ਰੋਮਣੀ ਕਮੇਟੀ ਦਾ ਸਿਸਟਮ ਜਿਹੜਾ ਹੈ ਇਹ ਬਿਲਕੁਲ ਨਕਾਰਿਆ ਗਿਆ। ਇੱਥੋਂ ਡਮੀ ਜਥੇਦਾਰ ਤਿਆਰ ਹੋ ਕੇ ਆਉਂਦੇ ਨੇ, ਸਾਨੂੰ ਸਟੇ ਲੈ ਲੈਣੀ ਚਾਹੀਦੀ ਹੈ ਤੇ ਸਾਨੂੰ ਇਹ ਜਥੇਦਾਰ ਕੋਈ ਵੀ ਪ੍ਰਵਾਨ ਨਹੀਂ ਹੈਗਾ, ਇਹ ਸਿਸਟਮ ਤੋਂ ਨਿਕਲਿਆ ਹੋਇਆ ਜਥੇਦਾਰ ਸਾਨੂੰ ਪ੍ਰਵਾਨ ਨਹੀਂ ਹੈਗਾ। ਇਹ ਡਾਕਟਰ ਈਸ਼ਰ ਸਿੰਘ ਦੇ ਸ਼ਬਦ ਨੇ ਜੋ ਕਿ ਮੇਰੇ ਕੋਲ ਰਿਕਾਰਡਿੰਗ ਪਈ ਹੈ। ਤੇ ਨਾਲ ਹੀ ਉਹ ਪਤਾ ਕਹਿੰਦੇ ਨੇ ਉੱਥੇ ਮਤੇ ਪਾਸ ਕੀਤੇ ਗਏ ਨੇ, ਪੰਥਕ ਅਸੈਂਬਲੀ ਮਤੇ ਕੀ ਪਾਸ ਕੀਤੇ ਗਏ ਨੇ ਉਹ ਮੈਂ ਯਾਦ ਕਰਾ ਦਿਆਂ ਸਰੋਤਿਆਂ ਨੂੰ। ਮਤੇ ਇਹ ਪਾਸ ਕੀਤੇ ਗਏ ਨੇ ਕਿ ਪਿਓ ਪੁੱਤ ਬਾਦਲ ਇਹ ਨਾ ਦਾ ਬਾਈਕਾਟ ਕੀਤਾ ਜਾਵੇ, ਤੇ ਇਹਨਾਂ ਦੇ ਜਥੇਦਾਰ ਸਾਰੇ ਡੰਮੀ ਹੁੰਦੇ ਨੇ। ਉਹਨਾਂ ਦੇ ਮਤਿਆਂ 'ਚ ਵਰਡ ਲਿਖਿਆ ਡੰਮੀ, ਡੰਮੀ ਜਥੇਦਾਰ ਹੁੰਦੇ ਨੇ। ਔਰ ਉਸੇ ਸਿਸਟਮ ਦੇ ਵਿੱਚੋਂ ਜਿਸ ਵੇਲੇ
ਜਥੇਦਾਰ ਇਹ ਗਿਆਨੀ ਹਰਪ੍ਰੀਤ ਸਿੰਘ ਨਿਕਲਦੇ ਨੇ, ਉਸੇ ਸਿਸਟਮ ਦੇ ਵਿੱਚੋਂ ਉਹ ਗਿਆਨੀ ਹਰਪ੍ਰੀਤ ਸਿੰਘ ਦੀ ਰਹਿਨੁਮਾਈ ਦੇ ਹੇਠ ਇਨਕੁਆਇਰੀ ਕਰਦੇ ਪਏ ਨੇ ਜੀ। ਕੀ ਬਾਤ ਹੈ। ਤੁਸੀਂ 2 ਸਾਲ ਪਹਿਲਾਂ ਕਹਿੰਦੇ ਪਏ ਉਹ ਸਿਸਟਮ ਨਕਾਰਾ ਹੈ, 2 ਸਾਲ ਪਹਿਲਾਂ ਕਹਿੰਦੇ ਕਿ ਇਹ ਪਿਓ ਪੁੱਤਾ ਬਾਈਕਾਟ ਕਰ ਦਿਓ, ਕਹਿੰਦੇ ਡੰਮੀ ਜਥੇਦਾਰ ਨੇ, ਤੇ ਉਸੇ ਡੰਮੀ ਜਥੇਦਾਰ ਦੇ ਹੇਠ ਈਸ਼ਰ ਸਿੰਘ ਹੋਰੀ ਇਨਕੁਆਇਰੀ ਕਰ ਰਹੇ ਨੇ। ਪੰਥ ਪੁੱਛਦਾ ਤੁਹਾਡੀ ਮਜਬੂਰੀ ਕੀ ਸੀਗੀ, ਹੁਣ 2 ਸਾਲਾਂ ਬਾਅਦ ਤੁਹਾਡੀ ਮਜਬੂਰੀ ਕੀ ਬਣ ਗਈ ਹੈ ਜੀ। ਤੇ ਪੰਥਕ ਅਸੈਂਬਲੀ ਦੇ ਵਿੱਚ ਤੁਸੀਂ ਇਹ ਗੱਲਾਂ ਕਰਦੇ ਪਏ ਸਿਧਾਂਤਿਕ, ਤੇ ਹੁਣ ਆ ਕਰਕੇ ਤੁਸੀਂ ਇੱਥੇ ਇਨਕੁਆਇਰੀ ਕਰਨ ਕਰ ਪੈ ਗਏ ਹੋ। ਮੈਨੂੰ ਮਾਫ ਕਰਨਾ ਜੀ, ਇਹ ਸਾਰੀ ਦੁਨੀਆ ਨੂੰ ਪਤਾ ਹੈ ਜੀ ਕਿ ਇੱਕ ਜੱਜ ਦਾ ਕੰਪੀਟੈਂਸੀ ਜੀ ਤੇ ਇੱਕ ਵਕੀਲ ਦੀ ਕੰਪੀਟੈਂਸੀ ਵਿੱਚ ਜ਼ਮੀਨ ਆਸਮਾਨ ਦਾ ਅੰਤਰ ਹੈ। ਹੁਣ ਮੈਂ ਗੱਲ ਕਹਿ ਦਿਆਂ ਇੱਥੇ ਕਿ ਡਾਕਟਰ ਈਸ਼ਰ ਸਿੰਘ ਨੂੰ ਜੀ ਵਿਦ ਡਿਊ ਰਿਗਾਰਡਸ ਕਦੀ ਵੀ ਇਨਕੁਆਇਰੀਆਂ ਕਰਨ ਦਾ ਕੋਈ ਤਜਰਬਾ ਨਹੀਂ ਹੈਗਾ। ਅੱਛਾ ਜੀ। ਜੇ ਇਨਕੁਆਇਰੀ ਕਰਨ ਦਾ ਤਜਰਬਾ ਹੁੰਦਾ, ਮੈਂ ਖਾਲਸਾ ਕਾਲਜ 'ਚ ਰਹਿ ਕਰਕੇ ਅਨੇਕਾਂ ਇਨਕੁਆਇਰੀਆਂ ਕੀਤੀਆਂ ਨੇ ਜੀ। ਇਨਕੁਆਇਰੀ ਕਰਨ ਦਾ ਇਹੋ ਜਿਹੇ ਮਸਲਿਆਂ ਵਿੱਚ ਸਭ ਤੋਂ ਪਹਿਲਾਂ ਫੰਡਾਮੈਂਟਲ ਕੰਮ ਕੀ ਹੁੰਦਾ ਹੈ ਕਿ ਤੁਸੀਂ ਆ ਕੇ ਇੱਥੇ ਪ੍ਰਿੰਟਿੰਗ ਪ੍ਰੈਸ ਸੀਲ ਕਰਦੇ ਜੀ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਿਤ ਹੁੰਦੇ ਨੇ ਸਰੂਪ ਜੀ। ਤੇ ਜਿੰਨਾ ਉੱਥੇ ਮਟੀਰੀਅਲ ਪਿਆ, ਕਾਗਜ਼ ਪਿਆ, ਸ਼ਾਹੀ ਪਈ ਹੈ, ਹੋਰ ਸਾਰਾ ਮਟੀਰੀਅਲ ਪਿਆ, ਉਹ ਸਾਰੇ ਗੋਦਾਮ ਨੂੰ ਅੰਡਰ ਲੋਕ ਐਂਡ ਕੀ ਸੀਲ ਕਰ ਦੇਣਾ ਚਾਹੀਦਾ ਸੀ। ਸਾਰਾ ਦਾ ਸਾਰਾ ਪ੍ਰਿੰਟਿੰਗ ਹਾਊਸ, ਪ੍ਰੈਸ ਵਗੈਰਾ ਇਮੀਡੀਏਟਲੀ ਇਹਨਾਂ ਨੂੰ ਸੀਲ ਕਰਨੀ ਚਾਹੀਦੀ ਸੀ, ਆਪਣੇ ਕਬਜ਼ੇ 'ਚ ਲੈਣੀ ਚਾਹੀਦੀ ਸੀ। ਇਹਨਾਂ ਦੀ ਇਨਕੁਆਇਰੀ ਦੇ ਦੌਰਾਨ ਤਾਂ 125 ਸਿਰੂ ਹੋਰ ਛਪ ਕੇ ਤਿਆਰ ਹੋ ਗਏ, ਬਿਲਕੁਲ ਛਪ ਕੇ ਤਿਆਰ ਹੋ ਗਏ। ਤੇ ਉਹਦੇ ਬਾਅਦ ਹੁਣ ਤੁਸੀਂ ਜੋ ਕਰੋਗੇ, ਇਸ ਦੇ ਉੱਤੇ ਸਾਨੂੰ ਕੌਮ ਨੂੰ ਭਰੋਸਾ ਉੱਠ ਚੁੱਕਿਆ ਜੀ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਵਿਦ ਡਿਊ ਰਿਗਾਰਡਸ ਕਿ ਉਹਨਾਂ ਦੇ ਵੱਸ ਦਾ ਕੰਮ ਨਹੀਂ ਹੈਗਾ ਇਹ ਇਨਕੁਆਇਰੀ ਕਰਨਾ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਤੇ ਕਈ ਵਾਰ ਇਹ ਵੀ ਗੱਲ ਸਾਹਮਣੇ ਆਉਂਦੀ ਹੈ ਕਿ ਉਹ ਜਾਂਚ ਕਮੇਟੀਆਂ ਬਣਾਈ ਜਾਂਦੇ ਆ, ਪਰ ਉਹਨਾਂ ਦਾ ਕੋਈ ਨਤੀਜਾ ਨਿਕਲ ਕੇ ਸਾਹਮਣੇ ਨਹੀਂ ਆਉਂਦਾ। ਕੁਝ ਸੰਗਤਾਂ ਇਹ ਵੀ ਸਵਾਲ ਕਰਦੀਆਂ ਨੇ। ਇਹ ਚੰਗੇ ਬੁਲਾਰੇ ਨੇ, ਇਹਨਾਂ ਨੂੰ ਧਰਮ ਦੀ ਨੌਲੇਜ ਹੈ ਜੀ, ਲੇਕਿਨ ਇਹਨਾਂ ਦੇ ਵੱਸ ਦਾ ਕੰਮ ਨਹੀਂ ਜੀ ਕਿ ਐਡੇ ਵੱਡੇ ਵੱਡੇ ਸਿਆਸੀ ਘਾਗਾਂ ਦੇ ਅੱਗੇ ਹੈ ਜੀ ਜਿਹੜੇ ਨੇ ਇਹ ਸਿਆਸੀ ਘਾਗ ਹੈ, ਇਹ ਤਾਂ ਇਹੋ ਜਿਹੇ ਗਿਆਨੀ ਹਰਪ੍ਰੀਤ ਸਿੰਘ ਵਰਗਿਆਂ ਨੂੰ ਇਹ ਤਾਂ ਚੱਬ ਜਾਂਦੇ ਨੇ, ਇਹ ਨਹੀਂ ਕੁਛ ਸਮਝਦੇ ਜੀ। ਤੇ ਇਹ ਉਹਨਾਂ ਨੂੰ ਮੈਂ ਸੁਜੈਸਟ ਕਰਾਂਗਾ ਗਿਆਨੀ ਹਰਪ੍ਰੀਤ ਸਿੰਘ ਜੀ, ਇਹ ਤੁਹਾਡੇ ਵੱਸ ਦਾ ਕੰਮ ਨਹੀਂ 267 ਸਰੂਪਾਂ ਦੀ ਸੱਚਾਈ ਤੱਕ ਪਹੁੰਚ ਕੇ ਦੋਸ਼ੀਆਂ ਤੱਕ ਪਹੁੰਚ ਜਾਣਾ। ਜਿਸ ਵੇਲੇ ਇਹਨਾਂ ਨੇ ਆਪਣੀ ਇਨਕੁਆਇਰੀ ਸ਼ੁਰੂ ਕੀਤੀ ਸੀ ਨਾ ਜੀ, ਠੀਕ ਹੈ ਜੀ, ਇੱਕ ਚੰਗਾ ਅਗਰ ਜਾਂਚ ਅਧਿਕਾਰੀ ਹੁੰਦਾ ਨਾ ਜੀ, ਤਾਂ ਉਸਨੇ ਆਂਦੇ ਹੀ ਸਭ ਤੋਂ ਪਹਿਲਾਂ ਕੀ ਕਰਨਾ ਸੀਗਾ ਕਿ ਜਿਹੜੇ ਟੌਪ ਦੇ ਜੀ, ਭਾਵੇਂ ਉਹ ਚੀਫ ਸੈਕਟਰੀ ਕੋਈ ਨਹੀਂ ਹੈਗਾ ਹੈ, ਛੁੱਟੀ ਚਲੇ ਗਏ ਸੀਗੇ, ਤੁਸੀਂ 17 ਤਰੀਕ ਨੂੰ ਇਨਕੁਆਇਰੀ ਕਰ ਰਹੇ ਹੋ, ਚੀਫ ਸੈਕਟਰੀ ਦੇ ਸਾਰੇ ਸਿਸਟਮ ਦੇ ਵਿੱਚ ਇਹ ਘਪਲਾ ਹੋਇਆ ਤੇ ਉਹ ਚਲੇ ਗਿਆ ਬਾਹਰ। ਸਭ ਤੋਂ ਪਹਿਲਾਂ ਛੁੱਟੀ ਕੈਂਸਲ ਕਰਕੇ ਉਹਨੂੰ ਕਹਿਣਾ ਚਾਹੀਦਾ ਇਮੀਡੀਏਟਲੀ ਜੁਆਇਨ ਕਰੋ ਇਨਕੁਆਇਰੀ ਨੂੰ, ਕਿਉਂ ਨਾ ਕਰੋ ਬਈ ਇਮੀਡੀਏਟਲੀ। ਸੋ ਇਹ ਸਾਰੀ ਜਿਹੜੀ ਗੇਮ ਹੈ ਨਾ, ਇਹ ਗੇਮ ਪਲਾਨ ਦੇ ਵਿੱਚ ਇਹ ਵੱਡੇ ਘਾਗ ਕੋਈ ਕਾਬੂ ਨਹੀਂ ਆਣੇ ਜੀ। ਇਹ ਗਾਜ ਡਿੱਗਣੀ ਹੈ ਇਹ ਕਲਰਕਾਂ ਦੇ ਉੱਤੇ, ਸੁਪਰਵਾਈਜ਼ਰਾਂ ਦੇ ਉੱਤੇ ਵਗੈਰਾ ਵਗੈਰਾ। ਤੇ ਇਹਨਾਂ ਨੇ ਕਹਿਣਾ ਕਿ ਜੀ ਅਸੀਂ ਇਹਨਾਂ ਕੋਲ ਇੰਨੇ ਲੱਖ ਰੁਪਈਆ ਜਮ੍ਹਾਂ ਕਰਾ ਲਿਆ, ਇਹ ਹੋ ਚੁੱਕਿਆ। ਇਹਨਾਂ ਨੇ ਕਹਿਣਾ ਇੰਨੇ ਸਰੂਪ ਜਿਹੜੇ ਸੀਗੇ ਲਾਪਤਾ ਹੋਏ ਨੇ, ਤੇ ਇੰਨੇ ਸਰੂਪ ਲਾਪਤਾ ਹੋਣ ਦੇ ਬਾਅਦ ਅਸੀਂ ਇਹ ਇੰਨਾ ਪੈਸਾ ਹਰਜਾਨੇ ਦੇ ਰੂਪ ਵਿੱਚ, ਪੈਨਲਟੀ ਦੇ ਰੂਪ ਵਿੱਚ ਜਮ੍ਹਾਂ ਕਰਾ ਲਿਆ। ਦੇਖੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਰੂਪ ਚੋਰੀ ਹੋਏ ਹੋਣ ਤੇ ਅਸੀਂ ਪੈਸਿਆਂ ਦੇ ਨਾਲ ਇਹ ਕਰੀਏ, ਮੈਂ ਤਾਂ ਕਹਿੰਦਾ ਫਾਇਰ ਟੰਗ ਜਿਹੜੇ ਚਾਹੀਦੇ ਨੇ ਇਹ ਬੰਦੇ, ਫਾਇਰ ਟੰਗ ਜਿਹੜੇ ਚਾਹੀਦੇ ਨੇ, ਇਹੋ ਜਿਹੇ ਬੰਦੇ ਨਹੀਂ ਬਖਸ਼ੇ ਚਾਹੀਦੇ ਨੇ, ਬਿਲਕੁਲ ਨਹੀਂ ਬਖਸ਼ੇ ਜਾਣੇ ਚਾਹੀਦੇ। ਜਿਵੇਂ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦੇ ਹਾਂ, ਇੱਕ ਤੋਂ ਬਾਅਦ ਇੱਕ ਬੈਕ ਟੂ ਬੈਕ ਇਸ ਤਰ੍ਹਾਂ ਦੀਆਂ ਗੱਲਾਂ ਨਿਕਲ ਕੇ ਆ ਰਹੀਆਂ ਨੇ ਕਿ ਆ ਹੋ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੀ, ਜਾਂ ਕੋਈ ਗੋਲਕ ਦਾ, ਜਾਂ ਕੋਈ ਸਬਜ਼ੀਆਂ ਦਾ, ਜਾਂ ਕੋਈ ਦਾਲਾਂ ਦਾ, ਲਗਾਤਾਰ ਇਹ ਚੱਲ ਰਿਹਾ ਆ। ਅਸਲ 'ਚ ਕਮੇਟੀ ਨੇ ਤੇ ਖੁਦ ਸੰਗਤ ਨੂੰ ਜਾਂ ਗੁਰਦੁਆਰਿਆਂ ਨੂੰ ਇਹ ਦੱਸਣਾ ਸੀਗਾ ਕਿ ਪ੍ਰਬੰਧ ਕਿਵੇਂ ਕਰਨੇ ਆ, ਕਿਵੇਂ ਸਿਸਟਮੈਟਿਕਲੀ ਸਾਰਾ ਕੁਝ ਚੱਲਣਾ ਆ। ਪਰ ਜਦੋਂ ਸਾਰਾ ਸਿਸਟਮ ਇਹਨਾਂ ਦਾ ਆਪਣਾ ਹੀ ਇਸ ਤਰੀਕੇ ਦਾ ਖਰਾਬ ਹੋਇਆ ਆ, ਉਹਦੇ ਨਾਲ ਜਿੱਥੇ ਸਮੁੱਚੇ ਵਿਸ਼ਵ ਭਰ ਦੀਆਂ ਸੰਗਤਾਂ ਜਿਹੜੀਆਂ, ਉਹਨਾਂ ਨੂੰ ਵੀ ਬੜਾ ਦੁੱਖ ਲੱਗਦਾ ਆ ਕਿ ਕਿੱਡੀ ਵੱਡੀ ਸੰਸਥਾ, ਕੋਈ ਬਾਹਰ ਵੀ ਵਿਦੇਸ਼ਾਂ ਦੇ ਵਿੱਚ ਵੀ ਕਿਸੇ ਸਿੱਖ ਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਮ ਲੈਂਦਾ ਆ। ਪਰ ਜਿਵੇਂ ਦੇ ਕਿਰਦਾਰ ਜਾਂ ਜਿਵੇਂ ਦਾ ਸਿਸਟਮ ਪਿਛਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਿਆ ਜਾਂ ਹੁਣ ਅਸੀਂ ਦੇਖ ਰਹੇ ਹਾਂ, ਉਸ ਚੀਜ਼ ਨੂੰ ਦੇਖ ਕੇ ਮਨ ਜਿਹੜਾ ਆ ਉਹ ਆਪਣਾ ਵੀ ਖੱਟਾ ਹੁੰਦਾ ਤੇ ਬਾਹਰ ਦੇ ਸਿੱਖਾਂ ਦਾ ਵੀ ਖੱਟਾ ਹੁੰਦਾ ਹੈ। ਇਵੇਂ ਕਿਉਂ ਹੁੰਦਾ ਕਿ ਬਾਰ-ਬਾਰ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਆ ਉਹ SGPC ਚੋਂ ਨਿਕਲ ਕੇ ਆਉਂਦੀਆਂ ਨੇ? ਇੱਕ ਵਾਰੀ ਕੁਝ ਹੋ ਗਿਆ ਤੇ ਫਿਰ ਉਹ ਤੋਂ ਸਬਕ ਕਿਉਂ ਨਹੀਂ ਲਿਆ ਜਾਂਦਾ? ਦੇਖੋ ਓਵਰਆਲ ਦੇਖਿਆ ਜਾਏ ਨਾ ਜੀ,
ਜਿਹੜਾ ਨਿਜ਼ਾਮ ਹੈ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੋ ਐਡਮਿਨਿਸਟ੍ਰੇਸ਼ਨ ਹੈ ਪ੍ਰਬੰਧ ਹੈ ਇਹ ਸਾਰਾ ਬੇਸਿਕਲੀ ਭ੍ਰਿਸ਼ਟਾਚਾਰ ਦੇ ਨਾਲ ਬਿਲਕੁਲ ਲਿਪਟਿਆ ਹੋਇਆ ਜੀ ਟੋਟਲੀ ਭ੍ਰਿਸ਼ਟਾਚਾਰ ਸਿਸਟਮ ਹੈ ਮੈਂ ਤਾਂ ਕਹਾਂਗਾ ਕਿ ਇੱਕ ਸ਼ਾਇਦ ਕਾਰਪੋਰੇਸ਼ਨ ਮਿਊਨਿਸਪਲ ਕਾਰਪੋਰੇਸ਼ਨ ਦੇ ਦਫ਼ਤਰ ਵਿੱਚ ਇੰਨੀ ਕਰਪਸ਼ਨ ਨਹੀਂ ਹੋਏਗੀ ਜਿੰਨੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਇਹਨਾਂ ਦੇ ਮਨਾਂ ਦੇ ਵਿੱਚੋਂ ਨਾ ਜੀ ਗੁਰੂ ਦਾ ਭੈ ਨਿਕਲ ਚੁੱਕਿਆ ਜੀ ਹੋਰ ਟੋਟਲ ਸਿਸਟਮ ਪੋਲੀਟੀਕਲਾਈਜ਼ ਹੋ ਚੁੱਕਿਆ ਟੋਟਲ ਸਿਸਟਮ ਪੋਲੀਟੀਕਲਾਈਜ਼ ਹੋ ਚੁੱਕਿਆ ਨਤੀਜਾ ਕੀ ਹੈ ਜੀ ਕਿ ਸੇਵਾਦਾਰ ਤੋਂ ਲੈ ਕਰਕੇ ਉੱਪਰ ਸੈਕਟਰੀ ਤੱਕ ਜੀ ਮੈਂਬਰ ਤੱਕ ਪ੍ਰਧਾਨ ਤੱਕ ਤੇ ਪ੍ਰਧਾਨਾਂ ਦੇ ਪਿੱਛੇ ਜਿਹੜੀ ਪੋਲੀਟੀਕਲ ਪਾਰਟੀਆਂ ਨੇ ਜੀ ਇਹਨਾਂ ਸਾਰਿਆਂ ਦੇ ਦਿਲੋਂ ਦਿਮਾਗ ਵਿੱਚ ਆਏਗਾ ਕਿ ਪੈਸੇ ਕਿੱਥੋਂ ਬਣਾਉਣੇ ਨੇ ਪੈਸੇ ਕਿੱਥੋਂ ਬਣਾਉਣੇ ਨੇ ਹੋਰ ਉਹ ਪੈਸੇ ਦੀ ਦੌੜ ਦੇ ਵਿੱਚ ਜੀ ਸਾਰਾ ਕੁਝ ਸਿਸਟਮ ਹੋ ਰਿਹਾ ਤਾਂ ਹੀ ਕਰਕੇ ਲੰਗਰ ਦੇ ਘਪਲੇ ਸਾਹਮਣੇ ਆ ਰਹੇ ਨੇ ਗੋਲਕਾਂ ਦੇ ਘਪਲੇ ਸਾਹਮਣੇ ਆ ਰਹੇ ਨੇ ਤੁਸੀਂ ਇੱਕ ਨਹੀਂ ਕੋਈ ਵੀ ਆਈਟਮ ਲੈ ਲੋਗੇ ਉਹਦੇ ਵਿੱਚ ਤੁਹਾਨੂੰ ਕਰਪਸ਼ਨ ਨਜ਼ਰ ਆਏਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਓਵਰਆਲ ਸਿਸਟਮ ਨੂੰ ਚੇਂਜ ਕਰਨ ਦੀ ਲੋੜ ਹੈ ਔਰ ਅੱਜ ਸਾਰੇ ਪਾਸੇ ਇੱਕੋ ਹੀ ਪੁਕਾਰ ਹੈ ਇੱਕੋ ਹੀ ਮੰਗ ਹੈ ਕਿ ਇਹ ਭ੍ਰਸ਼ਟ ਸਿਸਟਮ ਨੂੰ ਖਤਮ ਕਰਨ ਲਈ ਇੱਕ ਪਰਿਵਾਰ ਨੂੰ ਖਤਮ ਕਰਨ ਦੇ ਲਈ ਇਹ ਸਾਰਾ ਕੁਝ ਜਿਹੜਾ ਹੈ ਹੋਰ ਮੈਂ ਇੱਥੇ ਇੱਕ ਗੱਲ ਕਹਾਂਗਾ ਕਿ ਇਸ 267 ਸਰੂਪਾਂ ਦੇ ਬਾਰੇ ਜਿਹੜੀ ਗੱਲ ਹੈ ਸ਼ਿਕਾਇਤਕਰਤਾ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਚੇਅਰਮੈਨ ਜਸਟਿਸ ਅਜੀਤ ਸਿੰਘ ਬੈਂਸ ਅਤੇ ਉਹਨਾਂ ਦੇ ਜਿਹੜੇ ਇਨਵੈਸਟੀਗੇਟਿੰਗ ਜਿਹੜੇ ਆਫੀਸਰ ਨੇ ਸਰਬਜੀਤ ਸਿੰਘ ਵੇਰਕਾ ਐਡਵੋਕੇਟ ਜੀ ਅੱਜ ਡੇਟ ਵਿੱਚ 267 ਸਰੂਪਾਂ ਨਾਲ ਸੰਬੰਧਿਤ ਜੋ ਇਨਕੁਆਇਰੀ ਚੱਲ ਰਹੀ ਹੈ ਜੀ ਸ਼ਿਕਾਇਤਕਰਤਾ ਨੂੰ ਵੀ ਸੈਟੀਸਫੈਕਸ਼ਨ ਨਹੀਂ ਹੈਗੀ ਉਹੀ ਗੱਲ ਮੈਂ ਪ੍ਰਸਾਦ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਜਦੋਂ ਸ਼ਿਕਾਇਤਕਰਤਾ ਜਿਹੜਾ ਆ ਉਹਨੂੰ ਸੈਟੀਸਫੈਕਸ਼ਨ ਨਹੀਂ ਹੈਗੀ ਤਾਂ ਫਿਰ ਜਾਂਚ ਜਿਹੜੀ ਆ ਉਹ ਅੱਗੇ ਕਿਵੇਂ ਵਧੇਗੀ ਕਿਵੇਂ ਜਾਂਚ ਜਿਹੜੀ ਹੋਏਗੀ ਜਦੋਂ ਮੈਂ ਕਿਸੇ ਜਗ੍ਹਾ ਦੇ ਉੱਤੇ ਗਿਆ ਆ ਮੈਂ ਸ਼ਿਕਾਇਤ ਕੀਤੀ ਆ ਮੈਨੂੰ ਉਸ ਤੋਂ ਜਿਹੜੀ ਆ ਸੰਤੁਸ਼ਟੀ ਨਹੀਂ ਹੈਗੀ ਤਾਂ ਫਿਰ ਜਾਂਚ ਹੋਈ ਨਾ ਹੋਈ ਇੱਕ ਬਰਾਬਰ ਨਾ ਹੋਈ ਦੇਖੋ ਜੀ ਜਾਂਚ ਕਿੱਦਾਂ ਅੱਗੇ ਤੁਰ ਸਕਦੀ ਹੈ ਜੀ ਜਾਂਚ ਤਾਂ ਅੱਗੇ ਤਾਂ ਤੁਰੇ ਠੀਕ ਜੀ ਜੇਕਰ ਸ਼ਿਕਾਇਤਕਰਤਾ ਨੇ ਮੈਨੂੰ ਪਤਾ ਲੱਗਿਆ ਸ਼ਿਕਾਇਤਕਰਤਾ ਨੇ ਜਾ ਕਰਕੇ ਡਾਕਟਰ ਈਸ਼ਰ ਸਿੰਘ ਨੂੰ ਜੀ ਜਿਹਨੂੰ ਕਿ ਮੈਂ ਕੰਪੀਟੈਂਟ ਜਾਂਚ ਅਧਿਕਾਰੀ ਨਹੀਂ ਮੰਨਦਾ ਜੀ ਹੀ ਇਜ਼ ਨਾਟ ਅ ਕੰਪੀਟੈਂਟ ਅਧਿਕਾਰੀ ਉਹਦਾ ਕਿ ਜੌਬ ਪ੍ਰੋਫਾਈਲ ਵਿੱਚ ਕੁਝ ਨਹੀਂ ਪਤਾ ਲੱਗਦਾ ਕਿ ਉਹਨੇ ਕੋਈ ਇਨਕੁਆਇਰੀ ਕੀਤੀ ਹੋਏਗੀ ਉਹਨੂੰ ਜਾ ਕਰਕੇ ਸਰਬਜੀਤ ਸਿੰਘ ਵੇਰਕੇ ਨੇ ਜੀ ਸਾਰਾ ਰਿਕਾਰਡ ਦਿਖਾਇਆ ਹੈ ਤੇ ਉਹਨਾਂ ਨੂੰ ਕਿਹਾ ਕਿ ਬਈ ਇਹ ਸਾਰਾ ਰਿਕਾਰਡ ਸਾਡੇ ਕੋਲ ਹੈਗਾ ਫੋਰ ਐਗਜ਼ਾਮਪਲ ਕਿ ਜਿਸ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਵਿੱਚ 2016 ਦੇ ਵਿੱਚ ਸਰੂਪ ਚੋਰੀ ਹੋਣ ਦੀ ਗੱਲ ਆਉਂਦੀ ਹੈ ਉੱਥੇ ਅੱਗ ਵੀ ਲੱਗਦੀ ਹੈ ਉਹਨਾਂ ਨੇ ਸਾਰਾ ਰਿਕਾਰਡ ਦਿੱਤਾ ਉਹਨਾਂ ਨੂੰ ਕਿ ਬਈ ਇਹ ਪੁਲਿਸ ਦਾ ਰਿਕਾਰਡ ਹੈ ਇਹ ਫਾਇਰ ਬ੍ਰਿਗੇਡ ਦਫ਼ਤਰ ਦਾ ਰਿਕਾਰਡ ਹੈ ਵਗੈਰਾ ਉਹਨਾਂ ਕੋਲ ਲੈਜਰਾਂ ਹੈਗੀਆਂ ਨੇ ਇਹੋ ਜਿਹੀਆਂ ਜਿਹਦੇ ਵਿੱਚੋਂ ਸਾਰਾ ਕੁਝ ਘਪਲਾ ਨਜ਼ਰ ਆ ਰਿਹਾ ਹੈ ਉਹਨਾਂ ਨੇ ਕਿਹਾ ਜੀ ਇਹਨੂੰ ਔਨ ਰਿਕਾਰਡ ਲਿਆਓ ਡਾਕਟਰ ਈਸ਼ਰ ਸਿੰਘ ਉਹਨਾਂ ਨੂੰ ਰਿਕਾਰਡ ਲੈ ਕੇ ਨਹੀਂ ਆਏ ਜਿਹੜੇ ਉੱਥੇ ਕੈਮਰੇ ਲੱਗੇ ਨੇ ਜਿਸ ਕਮਰੇ 'ਚ ਉਹ ਇਨਕੁਆਇਰੀ ਕਰ ਰਹੇ ਨੇ ਡਾਕਟਰ ਈਸ਼ਰ ਸਿੰਘ ਉਹ ਕਮਰਾ ਹੈ ਜਿੱਥੇ ਕਿ ਸਾਰੇ ਜਥੇਦਾਰਾਂ ਦੀ ਮੀਟਿੰਗ ਹੁੰਦੀ ਹੈ ਔਰ ਉਸ ਕਮਰੇ ਵਿੱਚ ਹਰ ਬੰਦੇ ਦੀ ਫ੍ਰੀ ਐਂਟਰੀ ਹੈਗੀ ਹੈ ਡਾਇਰੀ ਸਿਸਟਮ ਕੋਈ ਮੇਨਟੇਨ ਨਹੀਂ ਕੀਤਾ ਹੋਇਆ ਜਿਹੜੇ ਕੈਮਰੇ ਉੱਥੇ ਹੈਗੇ ਨੇ ਰਿਕਾਰਡ ਕਰਨ ਵਾਲੇ ਉਹਨਾਂ ਦਾ ਕੰਟਰੋਲ ਜਿਹੜਾ ਹੈ ਡਾਕਟਰ ਈਸ਼ਰ ਸਿੰਘ ਕੋਲ ਹੋਣਾ ਚਾਹੀਦਾ ਸੀਗਾ ਜਦਕਿ ਉਹ ਕੰਟਰੋਲ ਸਾਰਾ ਐਚਪੀਸੀ ਕੋਲ ਹੈਗਾ ਜੀ ਸੋ ਕਹਿਣ ਤੋਂ ਮਤਲਬ ਹੈਗਾ ਹੈ ਕਿ ਇਨਕੁਆਇਰੀ ਕਰਨ ਦਾ ਜਿਹੜਾ ਪ੍ਰੋਸੀਜਰ ਡਾਕਟਰ ਈਸ਼ਰ ਸਿੰਘ ਉਹਨਾਂ ਨੇ ਅਡਾਪਟ ਕੀਤਾ ਜੀ ਇਹ ਪ੍ਰੋਸੀਜਰ ਇੰਨੇ ਸੰਵੇਦਨਸ਼ੀਲ ਮਸਲੇ ਬਾਰੇ ਇਹ ਪ੍ਰੋਸੀਜਰ ਬਿਲਕੁਲ ਠੀਕ ਨਹੀਂ ਹੈਗਾ ਨਾਲੇ ਉਹਨਾਂ ਕੋਲ ਇੰਨੀ ਕੰਪੀਟੈਂਸੀ ਨਹੀਂ ਹੈਗੀ ਇੰਨਾ ਵਿਜ਼ਨ ਨਹੀਂ ਹੈਗਾ ਕਿ ਡਾਕਟਰ ਈਸ਼ਰ ਸਿੰਘ ਇੱਕ ਜੱਜ ਦੇ ਲੈਵਲ ਦਾ ਇਨਕੁਆਇਰੀ ਜਿਹੜੀ ਹੈ ਉਹ ਕੰਡਕਟ ਕਰਨ ਔਰ ਇਹਦੇ ਪਿੱਛੇ ਵੀ ਡਾਕਟਰ ਈਸ਼ਰ ਸਿੰਘ ਦੀ ਇਨਕੁਆਇਰੀ ਦੇ ਪਿੱਛੇ ਵੀ ਜਿਹੜਾ ਹੈ ਨਾ ਕੁਝ ਹੋਰ ਬੰਦੇ ਉਹਨਾਂ ਨੂੰ ਗਾਈਡ ਕਰ ਰਹੇ ਨੇ ਜੀ ਮੇਰੇ ਕੋਲ ਸਬੂਤ ਨੇ ਇਸ ਗੱਲ ਦੇ ਹੈ ਸੋ ਇਸ ਕਰਕੇ ਡਾਕਟਰ ਈਸ਼ਰ ਸਿੰਘ ਵੀ ਆਪਣੇ ਆਪ ਇੰਡੀਪੈਂਡੈਂਟ ਤੌਰ ਤੇ ਇਨਕੁਆਇਰੀ ਨਹੀਂ ਕਰ ਰਹੇ ਹਰਪ੍ਰੀਤ ਸਿੰਘ ਵੀ ਇੰਡੀਪੈਂਡੈਂਟ ਤੌਰ ਤੇ ਇਨਕੁਆਇਰੀ ਨਹੀਂ ਕਰ ਸਕਦਾ ਮਤਲਬ ਉਹਨਾਂ ਦਾ ਢੰਗ ਵੀ ਜਿਹੜਾ ਇਨਕੁਆਇਰੀ ਦਾ ਜੋ ਕੁਝ ਹੁਣ ਤੱਕ ਅਗਰ ਗਿਆਨੀ ਹਰਪ੍ਰੀਤ ਸਿੰਘ ਕੋਲ ਇੰਨੀ ਪਾਵਰ ਹੈ ਕੰਪੀਟੈਂਸੀ ਹੈ ਤੇ ਪਤਾ ਲੱਗ ਰਿਹਾ ਸਾਰੀ ਸਿੱਖ ਕੌਮ ਨੂੰ ਪਤਾ ਕਿ ਬਾਦਲ ਦੋਸ਼ੀ ਹੈਗਾ ਬਰਗਾੜੀ ਦੇ ਕੇਸ ਵਿੱਚ ਬਹਿਬਲ ਕਲਾ ਦੇ ਕੇਸ ਵਿੱਚ ਤੇ ਫਕਰੇ ਕੌਮ ਦਾ ਜਿਹੜਾ ਸੀਗਾ ਅਵਾਰਡ ਵਾਪਸ ਲੈ ਲੈਂਦੇ ਹੁਣ ਤੱਕ ਸੋ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਚਾਹੀਦਾ ਹੈ ਤੇ ਮੈਂ ਡਾਕਟਰ ਈਸ਼ਰ ਸਿੰਘ ਨੂੰ ਕਹਾਂਗਾ ਕਿ ਭਈ ਇਹ ਇਹਨਾਂ ਦੇ ਵੱਸ ਦਾ ਕੰਮ ਨਹੀਂ ਹੈਗਾ 267 ਸਰੂਪਾਂ ਦੇ ਕੇਸ ਦੇ ਵਿੱਚ ਇਹ ਜਿਹੜੇ ਬਹੁਤ ਮਾੜੇ ਬੰਦੇ ਨੇ ਉਹਨਾਂ ਉੱਤੇ ਜਾ ਕੇ ਗਾਜ ਡਿੱਗਣੀ ਹੈਗੀ ਹੈ ਇਹ ਵੱਡੇ ਜਿਹੜੇ ਘਾਗ ਨੇ ਨਾ ਜਿਹੜੇ ਕਿ ਸ਼੍ਰੋਮਣੀ ਕਮੇਟੀ ਨੂੰ ਖਾ ਗਏ ਇਹ ਉਹਨਾਂ ਦੇ ਖਿਲਾਫ ਐਕਸ਼ਨ
ਨਹੀਂ ਲੈ ਸਕਦੇ ਜੀ। ਪ੍ਰੋਫੈਸਰ ਸਾਹਿਬ ਇੱਕ ਲਾਸਟ ਸਵਾਲ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਜਦੋਂ ਜਾਂਚ ਚਲੇ ਜਾਂਦੀ ਹੈ ਤਾਂ ਇਹ ਭਰੋਸਾ ਹੋ ਜਾਂਦਾ ਹਰੇਕ ਸਿੱਖ ਨੂੰ ਕਿ ਹਾਂ ਹੁਣ ਠੀਕ ਨਤੀਜੇ ਜਿਹੜੇ ਆ ਸਾਹਮਣੇ ਆਉਣਗੇ, ਜਾਂਚ ਵੀ ਠੀਕ ਹੋਏਗੀ। ਪਰ ਜਿਵੇਂ ਦੀ ਇਹ ਜਾਂਚ ਅਸੀਂ ਦੇਖ ਰਹੇ ਹਾਂ, ਜਿਹਦੇ ਵਿੱਚ ਤੁਸੀਂ ਵੀ ਦੱਸਿਆ ਕਿ ਡਾਕਟਰ ਈਸ਼ਰ ਸਿੰਘ ਹੋਰਾਂ ਦੀ ਜਿਵੇਂ ਦੀ ਜਾਂਚ ਕਰਨ ਦਾ ਢੰਗ ਆ ਉਹ ਵੀ ਬਹੁਤਾ ਜਿਹੜਾ ਤਸੱਲੀ ਬਖਸ਼ ਨਹੀਂ ਹੈਗਾ, ਜੋ ਕੁਝ ਹੁਣ ਤੱਕ ਦੇਖ ਰਹੇ ਹਾਂ, ਜੋ ਨਜ਼ਰ ਆ ਰਿਹਾ ਆ। ਫਿਰ ਜੇਕਰ ਇਹ ਜਾਂਚ ਟੀਮ ਜਿਹੜੀ ਆ ਉਹ ਜਾਂਚ ਕਰ ਰਹੀ ਹੈ, ਜਿਹੜੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਆ, ਤਾਂ ਇਸ ਤੋਂ ਬਾਅਦ ਦੇ ਵਿੱਚ ਵੀ ਜੇ ਸਿੱਖ ਸੰਗਤਾਂ ਨੂੰ ਜਾਂ ਸ਼ਿਕਾਇਤਕਰਤਾ ਨੂੰ ਸੰਤੁਸ਼ਟੀ ਨਹੀਂ ਹੁੰਦੀ ਤਾਂ ਫਿਰ ਇਸ ਤੋਂ ਬਾਅਦ ਦੇ ਵਿੱਚ ਕੀ ਨਿਕਲ ਕੇ ਆਊਗਾ ਕਿ ਅਕਾਲ ਤਖਤ ਤੋਂ ਬਾਅਦ ਫਿਰ ਅਸੀਂ ਕਿੱਥੇ ਜਾਵਾਂਗੇ? ਕਿਉਂਕਿ ਅਕਾਲ ਤਖਤ ਸਾਹਿਬ ਇੱਕ ਅਜਿਹੀ ਜਗ੍ਹਾ ਹੈ ਜਦੋਂ ਇੱਥੇ ਕੋਈ ਗੱਲ ਪਹੁੰਚ ਜਾਂਦੀ ਹੈ ਤਾਂ ਫਿਰ ਹੁੰਦਾ ਕਿ ਹਾਂ ਹੁਣ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਏਗਾ, ਇਸ ਤੋਂ ਗਾਂ ਕੁਝ ਨਹੀਂ ਹੈਗਾ ਜੀ। ਸਾਡੇ ਮਨ 'ਚ ਇਹ ਖਿਆਲ ਆਉਂਦਾ ਨਾ ਜੀ ਜੀ ਜੀ। ਦੇਖੋ ਮੈਂ ਪਹਿਲਾਂ ਹੀ ਗੱਲ ਕੀਤੀ ਸੀਗੀ ਜੀ। ਪਹਿਲੀ ਗੱਲ ਤਾਂ ਇਹੋ ਜਿਹੀ ਘਟਨਾਵਾਂ ਵਾਪਰਨੀਆਂ ਨਹੀਂ ਚਾਹੀਦੀਆਂ। ਜੀ ਜੀ ਜੀ। ਅੱਜ ਤਾਂ ਇਹ ਗੱਲ ਹੋ ਸਕਦੀ ਹੈ ਕਿ ਵੀ ਫਲਾਣੀ ਥਾਂ ਤੇ ਕਿਸੇ ਹੋਰ ਨੇ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਲਾਪਤਾ ਹੋਏ ਨੇ ਗੁਰੂ ਗ੍ਰੰਥ ਸਾਹਿਬ ਜੀ, ਉੱਥੇ ਸ਼੍ਰੋਮਣੀ ਕਮੇਟੀ ਜਾਵੇ, ਅਕਾਲ ਤੱਕ ਡੈਪੂਟੇਸ਼ਨ ਭੇਜੇ। ਇਹ ਤਾਂ ਤੁਹਾਡੇ ਘਰ ਦੇ ਵਿੱਚ ਚੋਰੀ ਹੋ ਰਹੀ ਹੈ ਤੇ ਉਸ ਚੋਰੀ ਨੂੰ, ਲਾਪਤਾ ਹੋਣ ਦੀ ਇਨਕੁਆਇਰੀ ਨੂੰ ਜਿਹੜਾ ਹੈ ਇਨਕੁਆਇਰੀ ਕਰਨ ਵਾਲਾ ਡਾਕਟਰ ਈਸ਼ਰ ਸਿੰਘ ਉਸ ਸਿਸਟਮ ਨੂੰ 2018 ਚ ਕਹਿ ਚੁੱਕਿਆ ਮੈਂ ਮੰਨਦਾ ਹੀ ਨਹੀਂ ਸਿਸਟਮ ਨੂੰ। ਇਹ ਜਥੇਦਾਰਾਂ ਨੂੰ ਨਹੀਂ ਮੰਨਦਾ, ਪੰਥਕ ਅਸੈਂਬਲੀ ਚ ਹੋ ਚੁੱਕਿਆ। ਹੁਣ ਇਹੋ ਜਿਹੇ ਹਾਲਾਤਾਂ ਦੇ ਵਿੱਚ ਇਹ ਇਨਕੁਆਇਰੀ ਦੇ ਉੱਤੇ ਕੁਐਸਚਨ ਮਾਰਕ ਹੈ। ਹੋਰ ਵਾਕਈ 'ਚ ਗੱਲ ਤੁਹਾਡੀ ਠੀਕ ਹੈ ਕਿ ਸਿੱਖ ਸੰਗਤਾਂ ਜਾਣ ਤਾਂ ਕਿੱਥੇ ਜਾਣ, ਇਸ ਇਨਕੁਆਇਰੀ ਤੇ ਜਿਹੜੀ ਹੈ ਸੱਚ ਤੋਂ ਕੋਹਾਂ ਦੂਰ ਜਾ ਚੁੱਕੀ ਹੈ, ਇਹਦੇ ਬਾਅਦ ਉਹ ਜਾਣ ਤਾਂ ਕਿੱਥੇ ਜਾਣ। ਇਹ ਬੜਾ ਵੱਡਾ ਇੱਕ ਕੁਐਸਚਨ ਹੈਗਾ ਹੈ ਜੋ ਕਿ ਸਿੱਖ ਸੰਗਤਾਂ ਦੇ ਸਾਹਮਣੇ ਹੈਗਾ। ਹੋਰ ਇਹਦੇ ਵਿੱਚ ਲੌਂਗ ਟਰਮ ਹੱਲ ਨੇ, ਇਮੀਡੀਏਟਲੀ ਸਾਡੇ ਕੋਲ ਹੱਲ ਕੋਈ ਨਹੀਂ ਹੈਗਾ। ਲੌਂਗ ਟਰਮ ਹੱਲ ਇਹੋ ਹੀ ਹੈ ਕਿ ਜਿਸ ਤਰੀਕੇ ਨਾਲ ਸਾਰੀ ਜਥੇਬੰਦੀਆਂ ਇਕੱਠੀਆਂ ਹੋਣ, ਇਕੱਠੀਆਂ ਹੋ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਸਟਮ ਦੇ ਵਿੱਚੋਂ ਇਸ ਪਰਿਵਾਰ ਦਾ ਖਾਤਮਾ ਕੀਤਾ ਜਾਵੇ। ਹੋਰ ਜਿਹੜੇ ਇਹ ਲੋਕ ਇਸ ਪਰਿਵਾਰ ਦੇ ਨਾਲ ਵੀ ਜੁੜੇ ਨੇ, ਠੀਕ ਹੈ, ਇਹਦੇ ਪਰਿਵਾਰ ਨਾਲ ਜੁੜੇ ਨੇ, ਇਹਨਾਂ ਸਾਰਿਆਂ ਦਾ ਬਾਈਕਾਟ ਹੋਣਾ ਚਾਹੀਦਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਵਿੱਚ ਮੈਂ ਬੇਨਤੀ ਕਰਾਂਗਾ, ਸਿੱਖ ਸੰਗਤਾਂ ਨੂੰ ਇਹ ਗੱਲ ਅਪੀਲ ਕਰਾਂਗਾ ਕਿ ਇਸ ਮਸਲੇ ਨਾਲ ਜੁੜੇ ਹੋਏ ਚਾਹੇ ਕੋਈ ਪ੍ਰਧਾਨ ਹੈ, ਚਾਹੇ ਕੋਈ ਹੋਰ ਸੈਕਟਰੀ ਹੈ, ਇਹਨਾਂ ਸਾਰਿਆਂ ਦਾ ਟੋਟਲ ਬਾਈਕਾਟ ਹੋਣਾ ਚਾਹੀਦਾ। ਸੰਗਤਾਂ ਨੂੰ ਇਹ ਬੰਦੇ ਮੂੰਹ ਨਹੀਂ ਲਾਉਣੇ ਚਾਹੀਦੇ। ਜੀ ਬਿਲਕੁਲ ਬਿਲਕੁਲ ਪ੍ਰੋਫੈਸਰ ਸਾਹਿਬ। ਸੋ ਅੱਜ ਦੇ ਪ੍ਰੋਗਰਾਮ ਕੌਮੀ ਮੁੱਦੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 267 ਪਾਵਨ ਸਰੂਪਾਂ ਦੇ ਸੰਬੰਧ ਦੇ ਵਿੱਚ ਜਿਹੜੀ ਜਾਂਚ ਚੱਲ ਰਹੀ ਉਸ ਤੇ ਵਿਸਤਾਰਤ ਗੱਲਬਾਤ ਜਿਹੜੀ ਹੈ ਪ੍ਰੋਫੈਸਰ ਬਲਜਿੰਦਰ ਸਿੰਘ ਹੋਰਾਂ ਦੇ ਨਾਲ ਸਾਡੀ ਹੋਈ ਆ। ਸੋ ਕਾਫੀ ਕੁਝ ਜਿਹੜੀਆਂ ਗੱਲਾਂ ਉਹ ਨਵੀਆਂ ਪਤਾ ਲੱਗੀਆਂ ਨੇ ਡਾਕਟਰ ਈਸ਼ਰ ਸਿੰਘ ਹੋਰਾਂ ਦੇ ਸੰਬੰਧ ਦੇ ਵਿੱਚ ਵੀ ਕਿ ਉਹਨਾਂ ਨੇ ਪੰਥਕ ਅਸੈਂਬਲੀ ਵੀ ਅਟੈਂਡ ਕੀਤੀ, ਉਦੋਂ ਇੱਕ ਸਿਸਟਮ ਦਾ ਬਾਈਕਾਟ ਵੀ ਕੀਤਾ ਗਿਆ, ਬਾਅਦ ਦੇ ਵਿੱਚ ਹੁਣ ਉਸੇ ਸਿਸਟਮ ਦੇ ਵਿੱਚ ਆ ਕੇ ਜਾਂਚ ਵੀ ਕਰ ਰਿਹਾ। ਸੋ ਇਹ ਗੱਲਾਂ ਜਿਹੜੀਆਂ ਬਹੁਤ ਸਾਰੀ ਸੰਗਤ ਨੂੰ ਜਿਹੜਾ ਆ ਉਹ ਪਤਾ ਨਹੀਂ ਹੋਏਗਾ। ਸੋ ਇਹ ਅੱਜ ਦਾ ਪ੍ਰੋਗਰਾਮ ਦੇਖਣ ਤੋਂ ਬਾਅਦ ਦੇ ਵਿੱਚ ਪਤਾ ਚੱਲਿਆ ਹੋਏਗਾ। ਸੋ ਇਸ ਤੋਂ ਇਹ ਪਤਾ ਲੱਗਦਾ ਕਿ ਜਾਂਚ ਜਿਹੜੀ ਹੈ ਕਿੰਨੀ ਕੁ ਗੰਭੀਰਤਾ ਦੇ ਨਾਲ ਜਿਹੜੀ ਆ ਉਹ ਹੋ ਰਹੀ ਆ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਮੁੱਚੀ ਗੱਲਬਾਤ ਜਿਹੜੀ ਕਰਨ ਵਾਸਤੇ ਪ੍ਰੋਫੈਸਰ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਹਾਂ ਤੇ ਇਸ ਪ੍ਰੋਗਰਾਮ ਦਾ ਸਮਾਂ ਜਿਹੜਾ ਆ ਉਹ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਇਸ ਪ੍ਰੋਗਰਾਮ ਨੂੰ ਅੱਗੇ ਲੈ ਕੇ ਜਾਈਏ। ਇੱਥੇ ਹੀ ਸਮਾਪਤੀ ਕਰਦੇ ਹਾਂ। ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।